ਸਵਾਗਤ ਹੈ ਦੋਸਤੋ, ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ। ਮੈਂ ਸਾਹਿਲ। ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰਨੀ ਹੈ ਕਿ ਸਿੱਖ ਕੌਕਸ ਕੀ ਹੁੰਦਾ ਹੈ। ਕੀ ਸਿੱਖ ਕੌਕਸ ਦੇ ਵਿੱਚ ਆਰਐਸਐਸ ਦੀ ਘੁਸਪੈਠ ਹੈ? ਕੀ ਸਿੱਖ ਕੌਕਸ ਦੀਆਂ ਗਤੀਵਿਧੀਆਂ ਸਿੱਖਾਂ ਦੀ ਉਲਟ ਭੁਗਤ ਰਹੀਆਂ ਨੇ? ਕੀ 32 ਕਿਸਾਨ ਜਥੇਬੰਦੀਆਂ ਵਿੱਚ ਵੀ ਸਿੱਖ ਕੌਕਸ ਦੇ ਬੰਦੇ ਸ਼ਾਮਿਲ ਨੇ? ਕੀ ਦੀਪ ਸਿੱਧੂ ਮਗਰ ਵੀ ਸਿੱਖ ਕੌਕਸ ਹੈ? ਔਰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਸਾਡੇ ਲਈ ਸਭ ਤੋਂ ਜ਼ਰੂਰੀ ਹੋ ਜਾਂਦਾ ਕਿ ਅਸੀਂ ਸਮਝੀਏ ਕਿ ਕੌਕਸ ਕੀ ਹੁੰਦਾ ਹੈ। ਦੋਸਤੋ, ਜਦੋਂ ਅਮਰੀਕਾ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਉਦੋਂ ਆਪਣੇ ਇੱਕ ਧਿਰ ਮਜ਼ਬੂਤ ਕਰਨ ਲਈ ਇੱਕ ਧਰਮ ਦੇ, ਇੱਕ ਖਿੱਤੇ ਦੇ ਜਾਂ ਇੱਕੋ ਸਮਝ ਰੱਖਣ ਵਾਲੇ ਲੋਕ ਉਹ ਇਕੱਠੇ ਹੁੰਦੇ ਨੇ, ਇੱਕ ਗਰੁੱਪ ਬਣਾਉਂਦੇ ਨੇ ਔਰ ਉਹਨੂੰ ਕੌਕਸ ਕਿਹਾ ਜਾਂਦਾ ਹੈ। ਉਸ ਦੇ ਵਿੱਚ ਉਹ ਆਪਣੇ ਮੰਗਾਂ ਮਸਲੇ ਉਭਾਰਨ ਲਈ ਆਪਣੀ ਕੌਕਸ ਦੇ ਵਿੱਚ ਅਮਰੀਕਾ ਦੀ ਸੰਸਦ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਨੇ ਤਾਂ ਜੋ ਉਹ ਅਮਰੀਕਾ ਦੀ ਸੰਸਦ ਵਿੱਚ ਜਾਣ ਅਤੇ ਉਸ ਧਿਰ ਦੀ ਨੁਮਾਇੰਦਗੀ ਕਰਨ। ਤਾਂ ਸਾਡੇ ਸਾਹਮਣੇ ਉਦਾਹਰਨ ਹੈ ਕਿ ਅਰਮੇਨੀਆ ਨੇ ਇੱਕ ਕੌਕਸ ਬਣਾਈ। ਅਰਮੇਨੀਆ ਦੇ ਲੋਕਾਂ ਦਾ ਤੁਰਕੀ ਵੱਲੋਂ ਬਹੁਤ ਵੱਡੇ ਪੱਧਰ ਤੇ ਨਰਸੰਹਾਰ ਹੋਇਆ ਸੀਗਾ, ਤਾਂ ਉਹ ਲੋਕ ਇਨਸਾਫ ਦੀ ਭਾਲ ਵਿੱਚ ਅਮਰੀਕਾ ਪਹੁੰਚੇ। ਤਾਂ ਅਮਰੀਕਾ ਰਹਿੰਦੇ ਅਰਮੇਨੀਆ ਦੇ ਲੋਕਾਂ ਨੇ ਕੌਕਸ ਬਣਾਈ, ਜਿਹਦੇ ਵਿੱਚ ਕਿ ਉਹਨਾਂ ਨੇ ਅਮਰੀਕਾ ਦੇ ਸੰਸਦ ਮੈਂਬਰਾਂ ਨੂੰ ਲਿਆ ਔਰ ਅਮਰੀਕਾ ਦੇ 50 ਸੂਬਿਆਂ ਚੋਂ 49 ਸੂਬਿਆਂ ਵਿੱਚ ਉਹ ਇਸ ਆਪਣੀ ਨਸਲਕੁਸ਼ੀ ਦੇ ਖਿਲਾਫ ਮਤੇ ਪਵਾਉਣ ਵਿੱਚ ਕਾਮਯਾਬ ਹੋਏ। ਇਸ ਤੋਂ ਬਾਅਦ ਅਮਰੀਕਾ ਦੀ ਸੰਸਦ ਦੇ ਵਿੱਚ ਅਰਮੇਨੀਆ ਲੋਕਾਂ ਦੀ ਨਸਲਕੁਸ਼ੀ ਦੇ ਖਿਲਾਫ ਮਤਾ ਪਿਆ। ਇਹ ਮਸਲਾ ਮਨੁੱਖੀ ਅਧਿਕਾਰਾਂ ਦਾ ਮਸਲਾ ਅੰਤਰਰਾਸ਼ਟਰੀ ਪੱਧਰ ਤੇ ਉੱਭਰਿਆ, ਜਿਸ ਤੋਂ ਬਾਅਦ ਜਿਹੜਾ ਤੁਰਕੀ ਤੇ ਬਹੁਤ ਵੱਡਾ ਦਬਾਅ ਬਣਿਆ। ਪਰ ਸਿੱਖ ਕੌਕਸ ਦੀ ਕਹਾਣੀ ਇਸ ਤੋਂ ਬਿਲਕੁਲ ਵੱਖਰੀ ਹੈ। ਉਹਨੂੰ ਸਮਝਣ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ। 1970 ਦੇ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ ਨਾਮ ਦਾ ਵਿਅਕਤੀ ਅਮਰੀਕਾ ਦੀ ਧਰਤੀ ਤੇ ਪਹੁੰਚਦਾ। ਉਹ ਉੱਥੇ ਆਪਣੀ PhD ਕਰਦਾ, ਪੜ੍ਹਾਈ ਕਰਦਾ ਔਰ ਆਪਣੀ ਨੌਕਰੀ ਕਰਦਾ। ਔਰ ਠੀਕ 14 ਸਾਲਾਂ ਬਾਅਦ 1984 ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਹੁੰਦਾ। ਸਿੱਖਾਂ ਦੀ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਨਸਲਕੁਸ਼ੀ ਹੁੰਦੀ ਆ। ਤਾਂ ਇਹ ਸਾਰੇ ਕਾਸੇ ਨੂੰ ਵੇਖ ਕੇ ਡਾਕਟਰ ਗੁਰਮੀਤ ਸਿੰਘ ਔਲਖ ਆਪਣੀ ਨੌਕਰੀ ਛੱਡ ਦਿੰਦੇ ਨੇ ਔਰ ਅਮਰੀਕਾ ਦੇ ਸਿੱਖਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰਦੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ, ਸੂਬਿਆਂ ਵਿੱਚ ਇਸ ਨਸਲਕੁਸ਼ੀ ਦੇ ਖਿਲਾਫ ਮਤੇ ਪੈਣ, ਜਿਵੇਂ ਕਿ ਅਰਮੀਨੀਆ ਦੇ ਲੋਕਾਂ ਨੇ ਪਵਾਏ ਸੀਗੇ। ਔਰ ਭਾਰਤ ਤੇ, ਭਾਰਤੀ ਸਟੇਟ ਤੇ ਔਰ ਭਾਰਤ ਦੀ ਸਰਕਾਰ ਤੇ ਇੱਕ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਬਣੇ। ਡਾਕਟਰ ਔਲਖ ਦੇ ਇਹਨਾਂ ਸਾਰੇ ਯਤਨਾਂ ਨੂੰ ਫਲ ਲੱਗਦਾ। ਉਹ ਬਹੁਤ ਸਾਰੇ ਸ਼ਹਿਰਾਂ ਵਿੱਚ, ਸੂਬਿਆਂ ਵਿੱਚ ਮਤੇ ਪਾਉਣ ਵਿੱਚ ਕਾਮਯਾਬ ਹੁੰਦੇ ਨੇ। ਸੋ ਡਾਕਟਰ ਔਲਖ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ, ਸੂਬਿਆਂ ਵਿੱਚ ਆਪਣੀ ਇਸ ਮੰਗ ਦਾ ਪ੍ਰਚਾਰ ਕਰਦੇ ਨੇ। ਔਰ ਉਹਨਾਂ ਨੂੰ ਵੱਡਾ ਹੁਲਾਰਾ ਉਸ ਵਕਤ ਮਿਲਦਾ ਜਦੋਂ 1986 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਂਦਾ। ਉੱਥੋਂ ਇੱਕ 5 ਮੈਂਬਰੀ ਪੰਥਕ ਕਮੇਟੀ ਬਣਦੀ ਆ ਔਰ ਉਹ ਪੰਥਕ ਕਮੇਟੀ ਕਾਉਂਸਲ ਫਾਰ ਖਾਲਿਸਤਾਨ ਦਾ ਗਠਨ ਕਰਦੀ ਆ, ਜਿਸ ਦਾ ਕਿ ਡਾਕਟਰ ਔਲਖ ਨੂੰ ਵਾਸ਼ਿੰਗਟਨ ਬੇਸਡ ਪ੍ਰੈਜ਼ੀਡੈਂਟ ਬਣਾਇਆ ਜਾਂਦਾ। ਇਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ, ਸੂਬਿਆਂ ਵਿੱਚ ਡਾਕਟਰ ਔਲਖ ਉਹ ਮਤੇ ਪਾਉਣ ਵਿੱਚ ਕਾਮਯਾਬ ਹੁੰਦੇ ਨੇ। ਤਾਂ ਸਿੱਖਾਂ ਦੇ ਇਹਨਾਂ ਯਤਨਾਂ ਦੇ ਨਾਲ ਭਾਰਤੀ ਸਟੇਟ ਤੇ, ਭਾਰਤੀ ਸਰਕਾਰ ਤੇ ਦਬਾਅ ਬਣਨਾ ਸ਼ੁਰੂ ਹੁੰਦਾ। ਉੱਥੇ ਨਾਲ ਦੀ ਨਾਲ RSS ਤੇ ਵੀ ਬਹੁਤ ਦਬਾਅ ਬਣਨਾ ਸ਼ੁਰੂ ਹੁੰਦਾ, ਕਿਉਂਕਿ ਸਿੱਖਾਂ ਦੇ ਕਤਲੇਆਮ ਦੇ ਵਿੱਚ RSS ਦੇ ਵੀ ਵੱਡੀ ਭੂਮਿਕਾ ਸੀਗੀ। ਕਿਉਂਕਿ RSS ਦੇ 49 ਵਰਕਰਾਂ ਦੇ ਨਾਮ ਵੀ ਉਹਨਾਂ 14 FIRਾਂ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਉਹ ਪਹਿਲੇ ਦੌਰ ਵਿੱਚ ਦਾਖਲ ਹੁੰਦੀਆਂ ਨੇ। ਤਾਂ RSS ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਉਹਨੂੰ ਵੀ ਆਪਦੀ ਸਰਗਰਮੀ ਅਮਰੀਕਾ ਵਿੱਚ ਜਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਤੇਜ਼ ਕਰਨੀ ਉਹ ਬਣਦੀ ਆ। ਇਸੇ ਤਹਿਤ ਹੀ 1985 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦਾ ਨਿਰਮਾਣ ਹੁੰਦਾ। ਰਾਸ਼ਟਰੀ ਸਿੱਖ ਸੰਗਤ ਦੀ ਨੀਂਹ ਰੱਖੀ ਜਾਂਦੀ ਆ ਤਾਂ ਜੋ ਸਿੱਖਾਂ ਦੇ ਰਾਜਨੀਤਿਕ ਮਸਲਿਆਂ ਵਿੱਚ, ਸਮਾਜਿਕ ਮਸਲਿਆਂ ਵਿੱਚ ਔਰ ਅਕਾਦਮਿਕ ਮਸਲਿਆਂ ਵਿੱਚ ਉਹ ਦਖਲਅੰਦਾਜ਼ੀ ਕੀਤੀ ਜਾਵੇ, ਜਿਹਦੇ ਵਿੱਚ RSS ਬਹੁਤ ਕਾਮਯਾਬ ਵੀ ਹੁੰਦੀ ਆ। ਤਾਂ ਅਮਰੀਕਾ ਵਿੱਚ ਜੋ ਸਿਲੇਬਸ ਪੜ੍ਹਾਇਆ ਜਾਂਦਾ ਸੀਗਾ ਉਹਦੇ ਵਿੱਚ RSS ਕਿਵੇਂ ਨਾ ਕਿਵੇਂ ਆਪਦੀ ਘੁਸਪੈਠ ਕਰਕੇ ਉਹ ਫੇਰ ਬਦਲ ਕਰਾਉਣ ਵਿੱਚ ਉਹ ਕਾਮਯਾਬ ਰਹੇ। ਉਹਨਾਂ ਨੇ ਇੱਥੋਂ ਤੱਕ ਕਿ ਗੁਰੂ ਨਾਨਕ ਨਾਲ ਸੰਬੰਧਿਤ ਜੋ ਸਿਲੇਬਸ ਪੜ੍ਹਾਇਆ ਜਾਂਦਾ ਸੀਗਾ ਕਿ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਵਾਦ ਦੇ ਖਿਲਾਫ ਲੜਾਈ ਲੜੀ, ਜਾਤੀਵਾਦ ਦੇ ਖਿਲਾਫ ਲੜਾਈ ਲੜੀ, ਇਹ ਸਾਰੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿੱਚ ਉਹ ਸਫਲ ਰਹੇ। ਔਰ RSS ਨੇ ਸਿੱਖ ਗੁਰੂਆਂ ਦੇ ਦਿਨ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ ਵੀ ਸ਼ੁਰੂ ਕੀਤਾ। ਤਾਂ ਇਹ ਸਾਰੇ ਪਿੱਛੇ ਕੀ ਨੀਤੀ ਸੀਗੀ, ਸਾਨੂੰ ਇਹ ਵੀ ਸਮਝ ਲੈਣੀ ਚਾਹੀਦੀ ਹੈ ਕਿ RSS ਅਸੀਮੀਲੇਟ ਔਰ ਐਲੀਮੀਨੇਟ ਦੀ ਨੀਤੀ ਤੇ ਕੰਮ ਕਰਦੀ ਆ, ਸਮੋਣ ਦੀ ਜਾਂ ਖਤਮ ਕਰਨ ਦੀ। ਕਿਹਨੂੰ ਸਮੋਂਦੀ RSS? ਕਿ ਉਹ ਕਹਿੰਦੇ ਆ ਕਿ ਸਿੱਖ, ਬੋਧੀ, ਜੈਨੀ ਇਹ ਤਾਂ ਸਾਡੇ ਵਿੱਚੋਂ ਨਿਕਲੇ ਨੇ, ਤਾਂ ਉਹਨਾਂ ਨੂੰ ਅਸੀਮੀਲੇਟ ਕਰ ਲੈਂਦੀ ਆ, ਸਮੋ ਲੈਂਦੀ ਆ, ਉਹਨਾਂ ਵਿੱਚ ਘੁਸਪੈਠ ਕਰ ਲੈਂਦੀ ਆ। ਔਰ ਕ੍ਰਿਸਚਨਾਂ ਨੂੰ, ਮੁਸਲਮਾਨਾਂ ਨੂੰ ਖਾਸ ਕਰਕੇ ਔਰ ਕਮਿਊਨਿਸਟਾਂ ਨੂੰ ਉਹ ਕਹਿੰਦੇ ਕਿ ਇਹ ਬਾਹਰੋਂ ਆਏ ਆ ਔਰ ਉਹਨਾਂ ਨੂੰ ਜਿਹੜਾ ਐਲੀਮੀਨੇਟ ਕਰਨ ਦੀ, ਖਤਮ ਕਰਨ ਦੀ ਨੀਤੀ ਤੇ ਕੰਮ ਕਰਦੀ ਆ। ਤਾਂ ਜਿੱਥੇ ਸਿੱਖ ਇਹਨਾਂ ਸਾਰੇ ਮਸਲਿਆਂ ਤੋਂ ਜੂਝ ਰਹੇ ਸੀਗੇ, ਉਹ ਆਪਦੀ ਪਹਿਚਾਣ ਦੇ ਕਰਕੇ ਵੀ ਜਿਹੜਾ ਉਹ ਟਾਰਗੇਟ ਹੋ ਰਹੇ ਸੀਗੇ।
9/11 ਦੇ ਹਮਲਿਆਂ ਤੋਂ ਬਾਅਦ ਸਿੱਖਾਂ ਤੇ ਬਹੁਤ ਸਾਰੇ ਹਮਲੇ ਹੋਏ। ਸਿੱਖਾਂ ਨੂੰ ਮੁਸਲਮਾਨ ਸਮਝ ਕੇ ਜਾਂ ਅੱਤਵਾਦੀ ਸਮਝ ਕੇ ਉਹਨਾਂ ਤੇ ਬਹੁਤ ਸਾਰੇ ਨਸਲੀ ਹਮਲੇ ਹੋਏ। ਤਾਂ ਇਹਦੇ ਨਾਲ ਵੀ ਜਿਹੜਾ RSS ਦੀ ਜਿਹੜੀ ਨੀਤੀ ਉਹ ਕਿਵੇਂ ਜੁੜਦੀ ਆ। 2012 ਦੇ ਵਿੱਚ ਓਕ ਗ੍ਰੀਕ ਗੁਰਦੁਆਰੇ ਦੇ ਵਿੱਚ 6 ਸਿੱਖਾਂ ਦਾ ਕਤਲ ਹੁੰਦਾ। ਇੱਕ ਗੋਰੇ ਮਾਈਕਲ ਪੇਜ ਨਾਂ ਦੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਉਹ 6 ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ। ਓਕ ਗ੍ਰੀਕ ਵਿੱਚ ਉਹ ਕਤਲ ਕਰਨ ਵਾਲਾ ਮਾਈਕਲ ਪੇਜ ਐਂਡਰਸ ਬ੍ਰੇਵਿਕ ਨਾਮ ਦੇ ਬੰਦੇ ਨੂੰ ਆਪਣਾ ਹੀਰੋ ਬਣਦਾ। ਐਂਡਰਸ ਬ੍ਰੇਵਿਕ ਕੌਣ ਆ? ਐਂਡਰਸ ਬ੍ਰੇਵਿਕ ਨਾਰਵੇ ਦਾ ਇੱਕ ਵਾਈਟ ਸੁਪਰੀਮੇਸਿਸਟ ਆ ਜਿਹੜਾ ਕਿ 77 ਬੰਦਿਆਂ ਨੂੰ ਕਤਲ ਕਰਦਾ ਨਸਲੀ ਹਿੰਸਾ ਦੇ ਨਾਂ ਤੇ। ਔਰ ਐਂਡਰਸ ਬ੍ਰੇਵਿਕ RSS ਦੇ ਹਿੰਦੂ ਤਵੀ ਰਾਸ਼ਟਰਵਾਦੀਆਂ ਨੂੰ ਆਪਦਾ ਭਰਾ ਕਹਿੰਦਾ। ਉਹ ਇਹ ਕਹਿੰਦਾ ਕਿ RSS ਦੀ ਜਿਹੜੀ ਨੀਤੀ ਆ ਮੁਸਲਮਾਨਾਂ ਨੂੰ, ਕ੍ਰਿਸਚੀਅਨਾਂ ਨੂੰ ਜਾਂ ਮਲਟੀਕਲਚਰਲ ਲੋਕਾਂ ਨੂੰ, ਮਾਰਕਸਵਾਦੀਆਂ ਨੂੰ ਖਤਮ ਕਰਨ ਦੀ ਇਹ ਬਹੁਤ ਵਧੀਆ ਨੀਤੀ, ਅਸੀਂ ਇਹਦੀ ਹਮਾਇਤ ਕਰਦੇ ਹਾਂ। ਤਾਂ RSS ਦੇ ਇਹਨਾਂ ਨੀਤੀਆਂ ਦੀ ਹਮਾਇਤ ਵਾਈਟ ਸੁਪਰੀਮੇਸਿਸਟ ਵੀ ਕਰਦੇ ਆ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਜਿਹੜੇ ਨਸਲੀ ਹਮਲੇ ਉਹ ਕਰਦੇ ਆ। ਤਾਂ ਇਹ ਸਾਰੇ ਹਮਲਿਆਂ ਤੋਂ ਸਿੱਖ ਬਹੁਤ ਜਿਹੜੇ ਉਹ ਪਰੇਸ਼ਾਨ ਸੀਗੇ, ਉਹ ਨਾਰਾਜ਼ ਸੀ। ਸੋ ਆਪਾਂ ਆਪਣੀ ਗੱਲ ਵੱਲ ਵਾਪਸ ਆਉਂਦੇ ਹਾਂ ਕਿ ਡਾਕਟਰ ਗੁਰਮੀਤ ਔਲਖ ਹੋਰੀ ਜਿੱਥੇ ਸਿੱਖ ਨਸਲਕੁਸ਼ੀ ਦੇ ਖਿਲਾਫ ਮਤੇ ਪਵਾ ਰਹੇ ਸੀਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉੱਥੇ ਉਹ ਸਿੱਖ ਹੋਮਲੈਂਡ ਦੀ ਗੱਲ ਵੀ ਉਭਾਰ ਰਹੇ ਸੀ, ਖਾਲਿਸਤਾਨ ਦੀ ਗੱਲ ਵੀ ਉਭਾਰ ਰਹੇ ਸੀਗੇ। ਕਹਾਣੀ ਉਦੋਂ ਪਲਟਣੀ ਸ਼ੁਰੂ ਹੁੰਦੀ ਹੈ ਜਦੋਂ 1990 ਦੇ ਵਿੱਚ ਪ੍ਰਿਤਪਾਲ ਸਿੰਘ ਅਮਰੀਕਾ ਪਹੁੰਚਦਾ। ਪ੍ਰਿਤਪਾਲ ਸਿੰਘ ਕੌਣ ਹੈ? ਉਹ ਖਾਲਿਸਤਾਨੀ ਕਮਾਂਡੋ ਫੋਰਸ ਦਾ ਮੈਂਬਰ ਰਿਹਾ ਔਰ ਉਹਦੇ ਸਬੰਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਵੀ ਰਹੇ ਨੇ। ਉਹ ਉੱਥੇ ਜਾਂਦਾ ਔਰ ਖਾਲਿਸਤਾਨ ਦਾ ਧੂਆਂਧਾਰ ਪ੍ਰਚਾਰ ਕਰਦਾ। ਬਹੁਤ ਥੋੜੇ ਸਮੇਂ ਵਿੱਚ ਹੀ ਉਹ ਪੰਜਾਬੀਆਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲੈਂਦਾ ਔਰ ਸਰਕਾਰੀ ਦਰਬਾਰੇ ਵੀ ਉਹਦੀ ਚੰਗੀ ਪਹੁੰਚ ਹੋ ਜਾਂਦੀ ਆ। ਤਾਂ ਉਹਦੇ ਕਿਰਦਾਰ ਬਾਰੇ ਜਾਣਨ ਲਈ ਸਾਨੂੰ 3 ਗੱਲਾਂ ਜਾਣਨੀਆਂ ਬਹੁਤ ਜ਼ਰੂਰੀ ਨੇ। ਪ੍ਰਿਤਪਾਲ ਸਿੰਘ ਜਦੋਂ ਜਾਂਦਾ ਤਾਂ ਆਪਣੇ ਸਾਲੇ ਜਸਵਿੰਦਰ ਜੈਸੀ ਦੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰਦਾ। ਜਸਵਿੰਦਰ ਜੈਸੀ ਉਹਦਾ ਸਾਲਾ, ਉਹ ਭਾਰਤ ਦੇ ਨਾਲ ਇਲੈਕਟ੍ਰੋਨਿਕਸ ਦਾ ਵਪਾਰ ਕਰਦਾ। ਤਾਂ ਇੱਕ ਪਾਸੇ ਜਿੱਥੇ ਪ੍ਰਿਤਪਾਲ ਸਿੰਘ ਉਸੇ ਗਰਾਜ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਦਾ, ਖਾਲਿਸਤਾਨ ਦੀ ਗੱਲ ਕਰਦਾ, ਭਾਰਤੀ ਸਟੇਟ ਦੇ ਖਿਲਾਫ ਲੜਾਈ ਦੀ ਗੱਲ ਕਰਦਾ, ਔਰ ਉਸੇ ਕੰਪਨੀ ਦੇ ਵਿੱਚ ਉਹ ਅਮਰੀਕਾ ਤੋਂ ਭਾਰਤ ਦੇ ਨਾਲ ਲੱਖਾਂ ਡਾਲਰਾਂ ਦਾ ਵਪਾਰ ਵੀ ਕਰਦਾ ਹੈ। ਔਰ ਦੂਸਰੀ ਗੱਲ ਜੇਕਰ ਅਸੀਂ ਵੇਖੀਏ ਕਿ ਇੱਕ ਬੰਦਾ ਉਹ ਖਾਲਿਸਤਾਨੀ ਕਮਾਂਡੋ ਫੋਰਸ ਦਾ ਮੈਂਬਰ ਰਿਹਾ ਹੋਵੇ, ਅਮਰੀਕਾ ਜਾ ਕੇ ਖਾਲਿਸਤਾਨ ਦਾ ਧੂਆਂਧਾਰ ਪ੍ਰਚਾਰ ਕਰ ਰਿਹਾ ਹੋਵੇ, ਤਾਂ ਉਹਦੇ ਪਿੱਛੇ ਜੋ ਭਾਰਤ ਵਿੱਚ ਉਹਦਾ ਪਰਿਵਾਰ ਪਿੱਛੇ ਰਹਿ ਗਿਆ, ਤਾਂ ਸਾਨੂੰ ਲੱਗ ਸਕਦਾ ਕਿ ਸ਼ਾਇਦ ਉਹ ਤੇ ਬਹੁਤ ਤਸ਼ੱਦਦ ਹੋ ਰਿਹਾ ਹੋਊਗਾ, ਪੁਲਿਸ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੋਊਗੀ। ਪਰ ਇਸ ਤਰ੍ਹਾਂ ਨਹੀਂ ਹੈ। ਪ੍ਰਿਤਪਾਲ ਸਿੰਘ ਦੇ ਭਰਾ ਦਲਜੀਤ ਸਿੰਘ ਨੂੰ ਬਹੁਤ ਥੋੜੇ ਤਜਰਬੇ ਦੇ ਬਾਵਜੂਦ ਦੂਰਦਰਸ਼ਨ ਦਾ ਸਹਾਇਕ ਡਾਇਰੈਕਟਰ ਲਗਾਇਆ ਜਾਂਦਾ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਬੰਦਾ ਜਿਹੜਾ ਭਾਰਤੀ ਸਟੇਟ ਦੇ ਖਿਲਾਫ ਜੰਗ ਦੀ ਗੱਲ ਕਰ ਰਿਹਾ ਹੋਵੇ, ਉਹ ਖਾਲਿਸਤਾਨ ਦੀ ਗੱਲ ਕਰ ਰਿਹਾ ਹੋਵੇ ਔਰ ਉਹਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਸਰਕਾਰੀ ਅਦਾਰੇ ਵਿੱਚ ਇੱਕ ਐਡੀ ਵੱਡੀ ਪਦਵੀ ਦੇ ਨਾਲ ਨਵਾਜਿਆ ਜਾਵੇ। ਪ੍ਰਿਤਪਾਲ ਸਿੰਘ ਦਾ ਭਰਾ ਦਲਜੀਤ ਸਿੰਘ ਜੋ ਮੀਟਿੰਗਾਂ ਕਰਦਾ ਦੂਰਦਰਸ਼ਨ ਦੇ ਵਿੱਚ, ਉਹਦੇ ਵਿੱਚ KPS ਗਿੱਲ ਵੀ ਸ਼ਾਮਲ ਹੁੰਦਾ, ਹੋਰ ਭਾਰਤ ਸਰਕਾਰ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੁੰਦੇ ਆ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਦੂਰਦਰਸ਼ਨ ਤੇ ਅਜਿਹੇ ਪ੍ਰੋਗਰਾਮ ਕੀਤੇ ਜਾਣ ਕਿ ਸਰਕਾਰ ਦੀ ਜਿਹੜੀ ਸਾਖ ਉਹ ਬਚੀ ਰਵੇ। ਔਰ ਅਗਲੀ ਗੱਲ ਜਿਹੜੀ ਤੀਜੀ ਸਭ ਤੋਂ ਮਹੱਤਵਪੂਰਨ ਗੱਲ ਆ, ਜਿਹਦਾ ਕਿ ਪੀਟਰ ਫਰੈਡਰਿਕ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕਰਦਾ ਕਿ ਪ੍ਰਿਤਪਾਲ ਸਿੰਘ ਦੇ ਸੁਮੇਧ ਸਿੰਘ ਸੈਣੀ ਨਾਲ ਬਹੁਤ ਨੇੜਲਾ ਰਿਸ਼ਤਾ ਸੀ ਉਹਨਾਂ ਦਾ ਔਰ ਉਹ ਬਹੁਤ ਕਰੀਬੀ ਰਿਸ਼ਤੇਦਾਰ ਸਨ। ਸੋ ਸੁਮੇਧ ਸਿੰਘ ਸੈਣੀ ਦਾ ਰਿਕਾਰਡ ਇਹ ਕਹਿੰਦਾ ਕਿ ਉਹਨੇ ਆਪਦੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਿਆ ਕਦੇ ਵੀ। ਜਦੋਂ ਕਿਤੇ ਵੀ ਉਹਨੂੰ ਲੋੜ ਪਈ, ਉਹਨੇ ਆਪਦੇ ਰਸੂਖ ਦਾ ਪੂਰਾ ਇਸਤੇਮਾਲ ਕੀਤਾ ਔਰ ਆਪਣੇ ਰਿਸ਼ਤੇਦਾਰਾਂ ਤੇ ਵੀ ਜਿਹੜਾ ਉਹ ਤਸ਼ੱਦਦ ਢਾਇਆ। ਤਾਂ ਪ੍ਰਿਤਪਾਲ ਸਿੰਘ ਤੇ ਸੁਮੇਧ ਸਿੰਘ ਸੈਣੀ ਦੀ ਇਸ ਰਿਸ਼ਤੇਦਾਰੀ ਬਾਰੇ ਖਾਲਿਸਤਾਨੀ ਕਮਾਂਡੋ ਫੋਰਸ ਦੇ ਬਹੁਤ ਸਾਰੇ ਉੱਚ ਕੋਟੀ ਦੇ ਆਗੂਆਂ ਨੂੰ ਵੀ ਨਹੀਂ ਪਤਾ ਸੀਗਾ। ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਲੋਕ ਵੀ ਬਹੁਤ ਹੈਰਾਨ ਹੋਏ। ਤਾਂ ਇਹ ਤਿੰਨੋਂ ਗੱਲਾਂ ਕਿ ਪ੍ਰਿਤਪਾਲ ਸਿੰਘ ਦਾ ਇੱਕ ਪਾਸੇ ਖਾਲਸਾ ਦਾ ਪ੍ਰਚਾਰ ਕਰਨਾ ਔਰ ਅਮਰੀਕਾ ਵਿੱਚ ਰਹਿੰਦਿਆਂ ਹੋਇਆ ਭਾਰਤ ਦੇ ਨਾਲ ਲੱਖਾਂ ਡਾਲਰਾਂ ਦਾ ਵਪਾਰ ਕਰਨਾ, ਦੂਸਰੀ ਗੱਲ ਕਿ ਉਹਦੇ ਭਰਾ ਦਾ ਦਲਜੀਤ ਸਿੰਘ ਦਾ ਦੂਰਦਰਸ਼ਨ ਦੇ ਵਿੱਚ ਸਹਾਇਕ ਡਾਇਰੈਕਟਰ ਲਗਾਇਆ ਜਾਣਾ, ਉਹਨੂੰ DD ਪੰਜਾਬ, DD ਜਲੰਧਰ ਦੇ ਵਿੱਚ ਜਾਂ DD ਮੇਘਾਲਿਆ ਦੇ ਵਿੱਚ ਔਰ ਬਾਅਦ ਦੇ ਵਿੱਚ DD ਕਸ਼ਮੀਰ ਦੇ ਵਿੱਚ ਲਗਾਇਆ ਜਾਣਾ ਔਰ ਉਹ ਬਾਅਦ ਚੋਂ ਉੱਚੀ ਪਦਵੀ ਤੇ ਰਿਟਾਇਰ ਵੀ ਹੁੰਦਾ ਦੂਰਦਰਸ਼ਨ ਦੇ ਵਿੱਚੋਂ। ਔਰ ਤੀਸਰੀ ਗੱਲ ਕਿ ਪ੍ਰਿਤਪਾਲ ਸਿੰਘ ਸੁਮੇਧ ਸਿੰਘ ਸੈਣੀ ਦਾ ਇੱਕ ਕਰੀਬੀ ਰਿਸ਼ਤੇਦਾਰ ਸੀਗਾ। ਇਹ ਸਾਰੀਆਂ ਗੱਲਾਂ ਸਾਡੇ ਧਿਆਨ ਦਾ ਉਹ ਮੰਗ ਕਰਦੀਆਂ ਨੇ। ਸੁਮੇਧ ਸਿੰਘ ਸੈਣੀ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲ ਦਾ ਦੋਸ਼ ਲੱਗਦਾ, ਤਾਂ ਉਸਨੇ ਆਪਣੇ ਇਸ ਕਰੀਬੀ ਰਿਸ਼ਤੇਦਾਰ ਬਾਰੇ ਉਹਨੂੰ ਕਿਵੇਂ ਨਾ ਪਤਾ ਹੋਵੇ, ਇਹ ਗੱਲ ਬੜੀ ਅਜੀਬ ਹੈ। ਔਰ ਉਹ ਭਾਰਤ ਵਿੱਚ ਰਹਿੰਦਾ ਹੋਇਆ ਵੀ ਖਾਲਿਸਤਾਨੀ ਕਮਾਂਡੋ ਫੋਰਸ ਦਾ ਮੈਂਬਰ ਰਿਹਾ ਹੋਵੇ ਔਰ ਬਾਅਦ ਦੇ ਵਿੱਚ ਅਮਰੀਕਾ ਜਾ ਕੇ ਉਹ ਖਾਲਿਸਤਾਨ ਦਾ ਪ੍ਰਚਾਰ ਕਰੇ ਔਰ ਸੁਮੇਧ ਸਿੰਘ ਸੈਣੀ ਨੂੰ ਇਸ ਗੱਲ ਦਾ ਪਤਾ ਹੋਵੇ ਔਰ ਉਹ ਕੋਈ ਐਕਸ਼ਨ ਨਾ ਲਵੇ, ਇਹ ਗੱਲ ਬੜੀ ਅਜੀਬ ਹੈ। ਇਸ ਤੋਂ ਅੱਗੇ 1992 ਵਿੱਚ ਪੰਜਾਬ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਪ੍ਰਿਤਪਾਲ ਸਿੰਘ ਅਮਰੀਕਾ ਵਿੱਚ ਬੈਠੇ ਆ ਔਰ ਪੰਜਾਬ ਵਿੱਚ ਅਜਮੇਰ ਸਿੰਘ ਇਹਨਾਂ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਨੇ। ਉਸ ਵਕਤ ਤੱਕ
ਪੰਜਾਬ ਦੇ ਲੋਕ ਰਾਸ਼ਟਰਪਤੀ ਰਾਜ ਤੋਂ ਬਿਲਕੁਲ ਅੱਕ ਚੁੱਕੇ ਸੀਗੇ ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਉਹਨਾਂ ਕੋਲ ਮੌਕਾ ਕਿ ਉਹ ਆਪਦੇ ਸਹੀ ਨੁਮਾਇੰਦੇ ਉਹ ਚੁਣ ਸਕਣ। ਔਰ ਉਸ ਵਕਤ ਇਹ ਲੱਗ ਰਿਹਾ ਸੀਗਾ ਕਿ ਖਾਲਸਾ ਲਹਿਰ ਨਾਲ ਜੁੜੇ ਹੋਏ ਉਮੀਦਵਾਰ ਇਹ ਚੋਣਾਂ ਬੜੇ ਆਰਾਮ ਨਾਲ ਜਿੱਤ ਸਕਦੇ ਸੀਗੇ ਔਰ ਆਪਦੀ ਸਰਕਾਰ ਵੀ ਬਣਾ ਸਕਦੇ ਸੀਗੇ, ਪਰ ਇਸ ਤਰ੍ਹਾਂ ਹੋਣ ਨਹੀਂ ਦਿੱਤਾ ਗਿਆ। ਪ੍ਰਿਤਪਾਲ ਸਿੰਘ ਵੱਲੋਂ ਔਰ ਇਧਰ ਅਜਮੇਰ ਸਿੰਘ ਵੱਲੋਂ ਚੋਣਾਂ ਦਾ ਬਾਈਕਾਟ ਕਰਵਾਇਆ ਗਿਆ ਔਰ ਬੇਅੰਤ ਸਿੰਘ ਦੀ ਕਾਂਗਰਸ ਦੀ ਸਰਕਾਰ ਬਣੀ ਔਰ ਉਸ ਵਕਤ ਪੋਲਿੰਗ ਬਹੁਤ ਹੀ ਘੱਟ ਹੋਈ ਸੀਗੀ। ਮੇਰਾ ਖਿਆਲ ਸਿਰਫ 23% ਪੋਲਿੰਗ ਉਸ ਵਕਤ ਪੰਜਾਬ ਵਿੱਚ ਹੋਈ ਔਰ ਬੇਅੰਤ ਸਿੰਘ ਦੀ ਸਰਕਾਰ ਬਣੀ। ਬੇਅੰਤ ਸਿੰਘ ਦੀ ਸਰਕਾਰ ਆਉਣ ਨਾਲ ਖਾਲਿਸਤਾਨ ਲਹਿਰ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਖਾਲਿਸਤਾਨ ਬਣਨਾ ਚਾਹੀਦਾ ਹੈ ਜਾਂ ਨਹੀਂ ਬਣਨਾ ਚਾਹੀਦਾ, ਇਹ ਸਾਡੀ ਬਹਿਸ ਦਾ ਵਿਸ਼ਾ ਨਹੀਂ ਹੈ। ਸਾਡੀ ਬਹਿਸ ਦਾ ਵਿਸ਼ਾ ਇਹ ਹੈ ਕਿ ਕਿਵੇਂ ਕਿਸੇ ਲਹਿਰ ਦੇ ਵਿੱਚ ਵੜ ਕੇ ਉਹਦੀ ਹਮਾਇਤ ਦੇ ਨਾਂ ਤੇ ਉਸ ਲਹਿਰ ਨੂੰ ਖਤਮ ਕੀਤਾ ਜਾਂਦਾ ਹੈ। ਸੋ ਦੋਸਤੋ, ਅੱਗੇ ਚੱਲਦਿਆਂ 1993 ਦੇ ਵਿੱਚ ਅਮਰੀਕਾ ਵਿੱਚ ਇੰਡੀਆ ਕਾਕਸ ਬਣਦੀ ਹੈ। ਇੰਡੀਆ ਕਾਕਸ ਦੀ ਨੀਂਹ ਇਸ ਕਰਕੇ ਰੱਖੀ ਜਾਂਦੀ ਹੈ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਉਹ ਸੁਖਾਵੇਂ ਹੋ ਸਕਣ ਔਰ ਭਾਰਤ ਦੀ ਛਵੀ ਆ ਉਹ ਗਲੋਬਲ ਪੱਧਰ ਤੇ ਸੁਧਾਰੀ ਜਾ ਸਕੇ। ਇੰਡੀਆ ਕਾਕਸ ਦੀ ਨੀਂਹ ਰੱਖਣ ਵਾਲਿਆਂ ਵਿੱਚੋਂ ਇੱਕ ਫਰੈਂਕ ਪਲੋਨ ਨਾਮ ਦਾ ਅਮਰੀਕੀ ਸੰਸਦ ਹੈ, ਜਿਹਨੂੰ ਕਿ 2002 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਭਾਜਪਾ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀਗਾ। ਤਾਂ ਪ੍ਰਿਤਪਾਲ ਸਿੰਘ ਔਰ ਉਸ ਦਾ ਸਾਥੀ ਹਰਪ੍ਰੀਤ ਸਿੰਘ ਸੰਧੂ ਇੰਡੀਆ ਕਾਕਸ ਦੇ ਮੈਂਬਰ ਨਾਲ ਨੇੜਲੇ ਸੰਬੰਧ ਰੱਖਦਾ ਹੈ, ਉਹਨਾਂ ਨੂੰ ਮੋਟੀ ਫੰਡਿੰਗ ਵੀ ਕਰਦਾ ਹੈ, ਜਦ ਕਿ ਜਿਹੜੇ ਸੰਸਦ ਖਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਪ੍ਰਿਤਪਾਲ ਸਿੰਘ ਜਾਂ ਉਸ ਦਾ ਸਾਥੀ ਧੇਲਾ ਵੀ ਨਹੀਂ ਦਿੰਦੇ। ਸੋ ਇੱਕ ਪਾਸੇ ਤਾਂ ਇੰਡੀਆ ਕਾਕਸ ਹੈ ਜਿਹਦਾ ਕਿ ਕੰਮ ਹੈ ਕਿ ਭਾਰਤ ਦੀ ਛਵੀ ਨੂੰ ਸੁਧਾਰਨਾ ਹੈ, ਤਾਂ ਉਹ ਬਿਲਕੁਲ ਵੀ ਨਹੀਂ ਚਾਹਣਗੇ ਕਿ 1984 ਦੇ ਸਿੱਖ ਕਤਲੇਆਮ ਦੀ ਗੱਲਬਾਤ ਹੋਵੇ। ਔਰ ਇੰਡੀਆ ਕਾਕਸ ਦੀ ਨੀਂਹ ਰੱਖਣ ਵਾਲੇ ਫਰੈਂਕ ਪਲੋਨ ਨੂੰ ਸਰਕਾਰੀ ਸਨਮਾਨਾਂ ਨਾਲ ਵੀ ਨਿਵਾਜਿਆ ਜਾਂਦਾ ਹੈ। ਔਰ ਇੱਥੇ ਗੌਰਤਲਬ ਹੈ ਕਿ ਪ੍ਰਿਤਪਾਲ ਸਿੰਘ ਦੇ ਸਾਲੇ ਜਸਵਿੰਦਰ ਜੈਸੀ ਨੂੰ, ਜੋ ਕਿ ਵੱਡਾ ਕਾਰੋਬਾਰੀ ਬਣ ਚੁੱਕਾ ਹੁੰਦਾ ਹੈ, ਉਹਨੂੰ 1998 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਪੰਜਾਬ ਰਤਨ ਦਾ ਅਵਾਰਡ ਦਿੱਤਾ ਜਾਂਦਾ ਹੈ। ਸੋ ਇੰਡੀਆ ਕਾਕਸ ਦਾ ਇੱਕ ਪ੍ਰਮੁੱਖ ਮੈਂਬਰ ਐਮੀ ਬੇਰਾ ਵੀ ਹੈ। ਅਮਰੀਸ਼ ਬਾਬੂਲਾਲ ਉਰਫ ਐਮੀ ਬੇਰਾ ਅਮਰੀਕਾ ਦਾ ਇੱਕ ਸੰਸਦ ਹੈ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵਾਰ-ਵਾਰ ਜਿਹੜਾ ਚੋਣਾਂ ਜਿੱਤਦਾ ਰਿਹਾ ਹੈ। ਉਹ ਸਿੱਖਾਂ ਦੇ ਸਥਾਨਕ ਮੁੱਦਿਆਂ ਦੀ ਗੱਲ ਕਰਦਾ ਹੈ। ਉਹ ਇਹ ਕਹਿੰਦਾ ਹੈ ਕਿ ਉਹ 1984 ਦੇ ਸਿੱਖ ਕਤਲੇਆਮ ਦੀ ਗੱਲਬਾਤ ਨੂੰ ਅਮਰੀਕਾ ਦੀ ਸੰਸਦ ਦੇ ਵਿੱਚ ਜਾ ਕੇ ਚੁੱਕੇਗਾ, ਪਰ ਬਾਅਦ ਦੇ ਵਿੱਚ ਉਹ ਮੁੱਕਰ ਜਾਂਦਾ ਹੈ। ਪ੍ਰਿਤਪਾਲ ਸਿੰਘ ਦੇ ਐਮੀ ਬੇਰਾ ਨਾਲ ਨੇੜਲੇ ਸੰਬੰਧ ਹਨ। ਆਉਣ ਵਾਲੇ ਸਮੇਂ ਦੇ ਵਿੱਚ ਐਮੀ ਬੇਰਾ ਨੂੰ ਚੋਣ ਜਿਤਾਉਣ ਵਿੱਚ ਵੀ ਪ੍ਰਿਤਪਾਲ ਸਿੰਘ ਦਾ ਵੱਡਾ ਰੋਲ ਹੁੰਦਾ ਹੈ। ਸੋ 2013 ਵਿੱਚ ਪ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਹਰਪ੍ਰੀਤ ਸਿੰਘ ਸੰਧੂ ਸਿੱਖ ਕਾਕਸ ਦੀ ਨੀਂਹ ਰੱਖਦੇ ਨੇ। ਸਿੱਖ ਕਾਕਸ ਦੇ ਬਹੁਤ ਸਾਰੇ ਮੈਂਬਰ ਇੰਡੀਆ ਕਾਕਸ ਦੇ ਮੈਂਬਰ ਵੀ ਹੁੰਦੇ ਨੇ। ਸੋ ਲਗਭਗ ਸਿੱਖ ਕਾਕਸ ਦੇ 1/3 ਮੈਂਬਰ ਜਿਹੜੇ ਨੇ ਉਹ ਇੰਡੀਆ ਕਾਕਸ ਦੇ ਮੈਂਬਰ ਵੀ ਹੁੰਦੇ ਨੇ, ਜਿਨ੍ਹਾਂ ਵਿੱਚੋਂ ਇੱਕ ਐਮੀ ਬੇਰਾ ਵੀ ਹੈ। ਤਾਂ ਸਿੱਖ ਕਾਕਸ ਦਾ ਕਿਰਦਾਰ ਉਸ ਦੇ ਸਥਾਪਨਾ ਵਾਲੇ ਦਿਨ ਹੀ ਸਾਹਮਣੇ ਆ ਜਾਂਦਾ ਹੈ, ਜਦੋਂ ਉਸ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਸਟੇਜ ਤੋਂ ਇਹ ਗੱਲ ਸ਼ਰੇਆਮ ਕਹਿੰਦੇ ਨੇ ਕਿ ਸਿੱਖ ਕਾਕਸ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦੇ ਸਥਾਨਕ ਮਸਲਿਆਂ ਦੀ ਗੱਲ ਕਰੂਗਾ, ਨਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਮਾਮਲਿਆਂ ਬਾਰੇ। ਸੋ ਵਿਦੇਸ਼ਾਂ ਵਿੱਚ ਸਿੱਖਾਂ ਦੇ ਮਾਮਲੇ ਕੀ ਨੇ ਕਿ 1984 ਦੇ ਸਿੱਖ ਕਤਲੇਆਮ ਬਾਰੇ ਕੋਈ ਗੱਲਬਾਤ ਉਹ ਨਹੀਂ ਕੀਤੀ ਜਾਊਗੀ। ਇਸ ਗੱਲ ਵੱਲ ਸਿੱਧਾ ਇਸ਼ਾਰਾ ਉਹ ਕੀਤਾ ਗਿਆ। ਤਾਂ ਇੱਕ ਪਾਸੇ ਅਸੀਂ ਵੇਖਦੇ ਹਾਂ ਕਿ ਡਾਕਟਰ ਗੁਰਮੀਤ ਸਿੰਘ ਔਲਖ ਪਿਛਲੇ ਲੰਬੇ ਸਮੇਂ ਤੋਂ ਜੋ ਲੱਗੇ ਹੋਏ ਸੀਗੇ, ਉਹਨਾਂ ਨੇ ਭਾਰਤੀ ਸਟੇਟ ਤੇ ਅਮਰੀਕਾ ਵਿੱਚ ਮਤੇ ਪਵਾ ਕੇ ਇੱਕ ਦਬਾਅ ਬਣਾਇਆ ਹੋਇਆ ਸੀਗਾ। ਜਦ ਕਿ 2013 ਤੱਕ ਆਉਂਦੇ ਸਿੱਖ ਕਾਕਸ ਜਦੋਂ ਬਣਦੀ ਆ ਤਾਂ ਉਹ ਪਹਿਲੇ ਦਿਨ ਹੀ ਇਹ ਐਲਾਨ ਕਰ ਦਿੰਦੀ ਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਮਸਲੇ, ਜਾਂ ਕਹਿ ਲਈਏ ਕਿ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ, ਉਹ ਜਿਹੜਾ ਮਸਲਾ ਉਹ ਨਹੀਂ ਉਠਾਇਆ ਜਾਊਗਾ। ਇਹ ਸੀ ਸਾਲ 2013 ਦੀ ਗੱਲ, ਜਦੋਂ ਮੋਦੀ ਆਪਣੇ ਚੋਣ ਦੀ ਤਿਆਰੀ ਕਰ ਰਿਹਾ ਸੀਗਾ। ਅਗਲੇ ਸਾਲ ਭਾਰਤ ਵਿੱਚ ਚੋਣਾਂ ਹੋਣ ਜਾ ਰਹੀਆਂ ਸੀਗੀਆਂ। ਤਾਂ ਅਮਰੀਕਾ ਦੀ ਸੰਸਦ ਦੇ ਵਿੱਚ ਕੁਝ ਸੰਸਦਾਂ ਵੱਲੋਂ ਹਾਊਸ ਰੈਜ਼ੋਲੂਸ਼ਨ 417 ਲਿਆਂਦੀ ਜਾਂਦੀ ਆ। ਇਸ ਰੈਜ਼ੋਲੂਸ਼ਨ ਦੀ ਸਿੱਖ ਕਾਕਸ ਵੱਲੋਂ ਕੋਈ ਹਮਾਇਤ ਨਹੀਂ ਕੀਤੀ ਜਾਂਦੀ। ਹਾਊਸ ਰੈਜ਼ੋਲੂਸ਼ਨ 417 ਕੀ ਸੀ ਔਰ ਇਹ ਸਿੱਖਾਂ ਲਈ ਇੰਨਾ ਜ਼ਰੂਰੀ ਕਿਉਂ ਸੀਗਾ? ਇਸ ਰੈਜ਼ੋਲੂਸ਼ਨ ਵਿੱਚ ਇਸ ਗੱਲ ਦੀ ਪ੍ਰੋੜਤਾ ਕੀਤੀ ਗਈ ਸੀ ਕਿ ਨਰਿੰਦਰ ਮੋਦੀ, ਜੋ ਕਿ 2002 ਦੇ ਮੁਸਲਮਾਨ ਕਤਲੇਆਮ ਲਈ ਜ਼ਿੰਮੇਵਾਰ ਆ, ਉਸ ਦੇ ਵੀਜ਼ਾ ਤੇ ਜੋ ਬੈਨ ਲਗਾਇਆ ਹੋਇਆ, ਇਹ ਬੈਨ ਬਿਲਕੁਲ ਠੀਕ ਲਗਾਇਆ ਔਰ ਇਸ ਬੈਨ ਨੂੰ ਜਾਰੀ ਰੱਖਣਾ ਚਾਹੀਦਾ। ਜੇਕਰ ਇਹ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਤਾਂ ਸਿੱਖਾਂ ਦਾ ਜੋ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀਗਾ, ਉਸ ਦੇ ਮਤੇ ਦੀ ਵੀ ਜਿਹੜੀ ਆਸ ਉਹ ਵੱਜਦੀ ਸੀਗੀ, ਉਹਨਾਂ ਨੂੰ ਇਨਸਾਫ ਦੀ ਆਸ ਵੀ ਵੱਜਦੀ ਸੀਗੀ। ਪਰ ਸਿੱਖ ਕਾਕਸ ਦੇ ਬਹੁਤ ਸਾਰੇ ਮੈਂਬਰਾਂ ਵੱਲੋਂ ਇਸ ਮਤੇ ਦਾ ਬਿਲਕੁਲ ਵਿਰੋਧ ਕੀਤਾ ਗਿਆ ਔਰ ਇਹ ਰੈਜ਼ੋਲੂਸ਼ਨ ਕਦੇ ਪਾਸ ਨਹੀਂ ਹੋਇਆ। ਹੋ ਸਕਦਾ ਕਿ ਜੇਕਰ ਹਾਊਸ ਰੈਜ਼ੋਲੂਸ਼ਨ 417 ਪਾਸ ਹੁੰਦਾ ਤਾਂ ਮੋਦੀ ਦੀ ਛਵੀ ਅੰਤਰਰਾਸ਼ਟਰੀ ਪੱਧਰ ਤੇ ਤਾਂ ਖਰਾਬ ਹੋਣੀ ਸੀਗੀ, ਤਾਂ ਹੋ ਸਕਦਾ ਸੀ ਕਿ ਚੋਣਾਂ ਦੇ ਨਤੀਜੇ ਵੀ ਕੁਝ ਹੋਰ ਹੁੰਦੇ। 2014 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣ ਜਾਂਦੀ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਂਦਾ ਔਰ ਉਸ ਨੂੰ ਅਮਰੀਕਾ ਵਿੱਚ ਵੱਖ-ਵੱਖ ਪ੍ਰੋਗਰਾਮਾਂ ਤੇ ਬੁਲਾਇਆ ਜਾਂਦਾ।
ਔਰ ਇਹਨਾਂ ਬੁਲਾਉਣ ਵਾਲਿਆਂ ਵਿੱਚੋਂ ਇੱਕ ਪ੍ਰਮੁੱਖ ਨਾਂ ਐਮੀ ਬੇਰਾ ਦਾ ਵੀ ਹੁੰਦਾ। ਜਦੋਂ ਨਰਿੰਦਰ ਮੋਦੀ ਅਮਰੀਕਾ ਪਹੁੰਚਦਾ ਤਾਂ ਐਮੀ ਬੇਰਾ ਦੋਵੇਂ ਬਾਹਾਂ ਖੋਲ ਕੇ ਉਸ ਦਾ ਸਵਾਗਤ ਕਰਦਾ ਹੈ ਔਰ ਉਸ ਦੇ ਪ੍ਰੋਗਰਾਮਾਂ ਵਿੱਚ ਸਵਾਗਤੀ ਭਾਸ਼ਣ ਵੀ ਕਰਦਾ ਹੈ। ਇਸ ਗੱਲ ਤੋਂ ਸਿੱਖ ਭਾਈਚਾਰਾ ਬਹੁਤ ਖਫਾ ਹੁੰਦਾ ਹੈ ਔਰ ਇਹ ਧਾਰ ਲੈਂਦਾ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਐਮੀ ਬੇਰਾ ਨੂੰ ਹਰਾਇਆ ਜਾਵੇ। ਸੋ ਅਮਰੀਕਾ ਦੀਆਂ ਦੋ ਮੁੱਖ ਪਾਰਟੀਆਂ ਡੈਮੋਕ੍ਰੈਟ ਤੇ ਰਿਪਬਲਿਕ, ਇਹਨਾਂ ਨਾਲ ਸੰਬੰਧਿਤ ਸਿੱਖ ਭਾਈਚਾਰਾ ਇਕੱਠਾ ਹੋ ਜਾਂਦਾ ਹੈ ਕਿ ਐਮੀ ਬੇਰਾ ਨੂੰ ਹਰਾਇਆ ਜਾਵੇ। ਐਮੀ ਬੇਰਾ ਵੀ ਦੂਸਰੇ ਪਾਸੋਂ ਬਹੁਤ ਜ਼ਬਰਦਸਤ ਚੋਣ ਪ੍ਰਚਾਰ ਕਰਦਾ ਹੈ ਔਰ ਪ੍ਰਿਤਪਾਲ ਸਿੰਘ ਕਬੱਡੀ ਕੱਪ ਕਰਾ ਕੇ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾ ਕੇ ਉੱਥੇ ਐਮੀ ਬੇਰਾ ਨੂੰ ਬੁਲਾਉਂਦਾ ਹੈ ਔਰ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰਦਾ ਹੈ। ਤਾਂ ਐਮੀ ਬੇਰਾ ਉਹਨਾਂ ਚੋਣਾਂ ਦੇ ਵਿੱਚ ਬਹੁਤ ਥੋੜੇ ਵੋਟਾਂ ਦੇ ਫਰਕ ਨਾਲ ਉਹ ਜਿੱਤ ਜਾਂਦਾ ਹੈ। ਇੱਕ ਪਾਸੇ ਤਾਂ ਐਮੀ ਬੇਰਾ ਸਿੱਖਾਂ ਨਾਲ ਹੋਈ ਨਸਲਕੁਸ਼ੀ ਨੂੰ ਕਤਲੇਆਮ ਕਹਿਣ ਤੋਂ ਮੁੱਕਰ ਜਾਂਦਾ ਹੈ, ਪਰ ਉਹਦੇ ਨਾਲ ਹੀ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ ਬੰਦ ਨਹੀਂ ਕਰਦਾ ਔਰ ਉਹ ਇਹ ਗੱਲ ਕਹਿੰਦਾ ਹੈ ਕਿ ਉਹਨੇ ਅਮਰੀਕਾ ਦੀ ਸੰਸਦ ਦੇ ਵਿੱਚ ਇਹ ਆਵਾਜ਼ ਉਠਾਈ ਕਿ ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਪਟਕਾ ਬੰਨ੍ਹ ਕੇ ਜਾਂ ਪੱਗ ਬੰਨ੍ਹ ਕੇ ਖੇਡਣ ਦੀ ਇਜਾਜ਼ਤ ਉਹ ਦਿੱਤੀ ਜਾਵੇ। ਤਾਂ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਇਹ ਗੱਲ ਸਮਝ ਆ ਗਈ ਕਿ ਸਿੱਖ ਕੌਕਸ ਉਹਨਾਂ ਦੇ ਮੰਗਾਂ ਮਸਲਿਆਂ ਨੂੰ ਉਭਾਰਨ ਲਈ ਨਹੀਂ ਬਣਾਈ ਗਈ ਹੈ, ਬਲਕਿ ਇਹ ਸਿੱਖ ਭਾਵਨਾਵਾਂ ਨੂੰ ਕੈਸ਼ ਕਰਕੇ ਉਹਨਾਂ ਦੇ ਮਾਮਲੇ ਨੂੰ ਠੰਡੇ ਬਸਤੇ ਪਾਉਣ ਲਈ ਬਣਾਈ ਗਈ ਹੈ। ਸੋ ਇਸ ਤੋਂ ਬਾਅਦ ਅੱਗੇ ਚੱਲ ਕੇ ਬਹੁਤ ਸਾਰਾ ਸਿੱਖ ਭਾਈਚਾਰਾ ਅੱਗੇ ਆਉਂਦਾ ਹੈ ਔਰ ਉਹ ਸਿੱਖ ਕੌਕਸ ਦੇ ਮੈਂਬਰ ਜਿਵੇਂ ਕਿ ਐਮੀ ਬੇਰਾ, ਜੌਨ ਗੈਰਾਮੈਂਡੀ, ਜੂਡੀ ਚੂ, ਇਹਨਾਂ ਦੇ ਦਫ਼ਤਰਾਂ ਦੇ ਬਾਹਰ ਲਗਾਤਾਰ ਰੋਸ ਪ੍ਰਦਰਸ਼ਨ ਵੀ ਕਰਦੇ ਨੇ। ਸੋ ਅੱਜ ਦੀ ਸਾਡੀ ਇਸ ਗੱਲਬਾਤ ਦਾ ਮਕਸਦ ਇਹੀ ਸੀਗਾ ਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ ਕਿਵੇਂ ਇੱਕ ਲਹਿਰ ਦੇ ਵਿੱਚ ਵੜ ਕੇ ਉਹਦੀ ਹਮਾਇਤ ਦੇ ਨਾਂ ਤੇ ਉਸ ਲਹਿਰ ਨੂੰ ਖੋਰਾ ਕਿਵੇਂ ਲਾਇਆ ਜਾਂਦਾ, ਉਹਨੂੰ ਠੰਡੇ ਬਸਤੇ ਕਿਵੇਂ ਪਾਇਆ ਜਾਂਦਾ। ਤਾਂ ਹੋ ਸਕਦਾ ਹੈ ਕਿ ਇਸੇ ਡਿਜ਼ਾਈਨ ਦੇ ਤਹਿਤ ਜੋ ਭਾਰਤ ਵਿੱਚ ਮੌਜੂਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਵਿੱਚ ਵੀ ਘੁਸਪੈਠ ਕੀਤੀ ਜਾ ਰਹੀ ਹੈ, ਉਸ ਘੋਲ ਨੂੰ ਵੀ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਕੌਕਸ ਦੇ ਨਾਲ ਸੰਬੰਧਿਤ ਅਖਬਾਰ ਅੰਮ੍ਰਿਤਸਰ ਟਾਈਮਸ, ਇਸੇ ਅਖਬਾਰ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਅਖਬਾਰ ਕੱਢਿਆ ਜਾਂਦਾ ਮੋਰਚਾ। ਇਹ ਅਖਬਾਰ ਲਗਾਤਾਰ ਕਿਸਾਨ ਆਗੂਆਂ ਨੂੰ ਭੰਡਦਾ ਹੈ ਔਰ ਇਸ ਘੋਲ ਦੇ ਦੋ ਨਾਇਕਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਹੈ, ਦੀਪ ਸਿੱਧੂ ਔਰ ਲੱਖਾ ਸਿਧਾਣਾ। ਇਸ ਅਖਬਾਰ ਦੇ ਰਾਹੀਂ ਹੀ ਵਾਰ-ਵਾਰ ਉਹ ਸੰਯੁਕਤ ਕਿਸਾਨ ਮੋਰਚੇ ਦੇ ਉਲਟ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਕਰਦਾ ਹੈ। ਔਰ ਇੱਕ ਹੋਰ ਮਹੱਤਵਪੂਰਨ ਗੱਲ ਜੋ ਸਾਡੇ ਸਾਰਿਆਂ ਦਾ ਧਿਆਨ ਮੰਗਦੀ ਹੈ ਕਿ 32 ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ, ਜੋ ਕਿ ਸ਼ਾਇਦ ਇੱਕ ਕਿਸਾਨ ਜਥੇਬੰਦੀ ਵੀ ਨਹੀਂ ਹੈ, ਇੱਕ ਸਮਾਜ ਸੇਵੀ ਸੰਸਥਾ ਹੈ, ਉਸ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਸਿੱਖ ਕੌਕਸ ਨੂੰ ਇੱਕ ਚਿੱਠੀ ਲਿਖਦੇ ਨੇ, ਇੱਕ ਧੰਨਵਾਦੀ ਚਿੱਠੀ ਲਿਖਦੇ ਨੇ ਕਿ ਸਿੱਖ ਕੌਕਸ ਨੇ ਅਮਰੀਕਾ ਵਿੱਚ ਰਹਿੰਦਿਆਂ ਭਾਰਤ ਦੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਤੇ ਜਦੋਂ ਅਸੀਂ ਉਹਨਾਂ ਨੂੰ ਪਿਛਲੇ ਦਿਨੀ ਇਹ ਸਵਾਲ ਕੀਤਾ ਕਿ ਕੀ ਤੁਸੀਂ ਇਸ ਤਰ੍ਹਾਂ ਦੀ ਚਿੱਠੀ ਕੋਈ ਸਿੱਖ ਕੌਕਸ ਨੂੰ ਲਿਖੀ ਹੈ, ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਉਲਟਾ ਉਹਨਾਂ ਨੇ ਸਾਡਾ ਕੈਮਰਾ ਬੰਦ ਕਰਵਾਉਣ ਦੀ ਉਹ ਕੋਸ਼ਿਸ਼ ਕੀਤੀ। ਤਾਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਸ ਵਕਤ ਕਿਸਾਨ ਅੰਦੋਲਨ ਬਹੁਤ ਨਾਜ਼ੁਕ ਮੋੜ ਤੇ ਖੜਾ। ਕਿਸਾਨ ਅੰਦੋਲਨ ਨੂੰ ਲਗਭਗ 6 ਮਹੀਨੇ ਪੂਰੇ ਹੋਣ ਵਾਲੇ ਆ ਔਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਕੀ ਇਸ ਤਰ੍ਹਾਂ ਦੀਆਂ ਕੋਈ ਤਾਕਤਾਂ ਉਹਨਾਂ ਦੇ ਅੰਦੋਲਨ ਦੀ ਹਮਾਇਤ ਤੇ ਆ ਕੇ, ਹਮਾਇਤ ਦੇ ਨਾਮ ਤੇ ਕੀ ਅੰਦੋਲਨ ਨੂੰ ਖਰਾਬ ਤਾਂ ਨਹੀਂ ਕਰ ਰਹੀਆਂ, ਅੰਦੋਲਨ ਦੀ ਫੂਕ ਕੱਢਣ ਵਿੱਚ ਤਾਂ ਨਹੀਂ ਅੱਗੇ ਆ ਰਹੀਆਂ। ਸੋ ਇਸ ਤਰ੍ਹਾਂ ਦੀਆਂ ਤਾਕਤਾਂ ਦੀ, ਇਸ ਤਰ੍ਹਾਂ ਦੀਆਂ ਜਥੇਬੰਦੀਆਂ ਦੀ ਜਾਂ ਇਸ ਤਰ੍ਹਾਂ ਦੇ ਲੋਕਾਂ ਦੀ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਔਰ ਕੋਈ ਵਧੀਆ ਪ੍ਰੋਗਰਾਮ ਦੇ ਕੇ ਕਿਸਾਨ ਅੰਦੋਲਨ ਨੂੰ ਅੱਗੇ ਤੋਰਨਾ ਚਾਹੀਦਾ। ਇਸੇ ਤਰੀਕੇ ਨਾਲ ਹੀ ਅਸੀਂ ਜਿੱਤ ਵੱਲ ਵਧ ਸਕਦੇ ਹਾਂ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ। ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।